ਤੁਹਾਡਾ ਸਾਰਿਆਂ ਦਾ ਫਿਰ ਦੁਬਾਰਾ ਇਸ ਰੱਬ ਨਾਲ ਮੇਲ ਪ੍ਰੋਗਰਾਮ 'ਚ ਵੈਲਕਮ ਕਰਦੇ ਹਾਂ, ਨਿੱਘਾ ਸਵਾਗਤ ਕਰਦੇ ਹਾਂ ਕਿ ਤੁਸੀਂ ਫਿਰ ਆਪਣੇ ਸਵਾਲਾਂ ਦੇ ਨਾਲ ਪਰਮੇਸ਼ਵਰ ਦੇ ਵਿੱਚ ਹੋ ਕੇ ਇਸ ਪ੍ਰੋਗਰਾਮ ਨੂੰ ਦੇਖ ਸਕੋ, ਤੈਨੂੰ ਸਮਝ ਸਕੋ ਅਤੇ ਤੁਹਾਡੇ ਜਿਹੜੇ ਸਵਾਲ ਹੈ ਪਰਮੇਸ਼ਵਰ ਉੱਤਰ ਬਣ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਸਕੇ। ਦੇਖिए ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ, ਤੁਹਾਡਾ ਬੜਾ ਸ਼ੁਕਰ ਕਰਦੇ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਆਪਣੀ ਜ਼ਿੰਦਗੀ ਨੂੰ ਇੰਨਾ ਭਰਪੂਰੀ ਵਾਲਾ ਇੰਨਾ ਪਵਿੱਤਰਤਾ ਨਾਲ ਜੋੜਿਆ ਹੈ ਕਿ ਤੁਸੀਂ ਪਰਮੇਸ਼ਵਰ ਦੇ ਵਿੱਚ ਨਵੇਂ ਸਵਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਹਨ, ਤੁਹਾਡੀ ਜ਼ਹਿਨ ਦੇ ਵਿੱਚ ਆਉਂਦੇ। ਦੇਖिए ਪ੍ਰਭੂ ਦੇ ਵਚਨ 'ਚ ਲਿਖਿਆ ਹੈ ਇਹ ਸਵਾਲ ਦਾ ਆਉਣ ਦਾ ਕਾਰਨ ਇਹ ਹੈ ਕਿ ਤੁਹਾਡੀ ਜ਼ਿੰਦਗੀ, ਤੁਹਾਡੀ ਵਾਕ ਜਿਹੜੀ ਕਨੈਕਸ਼ਨ ਹੈ ਉਹ ਰੱਬ ਦੇ ਨਾਲ ਜੁੜਿਆ ਹੋਇਆ ਹੈ ਔਰ ਤੁਹਾਡਾ ਜਿਹੜਾ ਫੇਥ ਹੈ ਰੱਬ ਦੇ ਨਾਲ ਵੱਧ ਰਿਹਾ ਹੈ ਕਿ ਤੁਹਾਡੇ ਸਵਾਲ ਤੁਹਾਡੇ ਜੀਵਨ ਦੇ ਵਿੱਚ ਹੈ। ਪਰਮੇਸ਼ਵਰ ਦੇ ਵਿੱਚ ਇੱਦਾਂ ਦੀ ਹੰਗਰ ਰੱਖਣ ਦੇ ਨਾਲ ਪਰਮੇਸ਼ਵਰ ਆਪਣੇ ਲੋਕਾਂ ਨੂੰ ਪਸੰਦ ਕਰਦਾ ਹੈ, ਉਹਨਾਂ ਨੂੰ ਚੁਣ ਕੇ ਇੱਕ ਅੱਛੀ ਜਗ੍ਹਾ 'ਤੇ ਉਹ ਸਥਿਰ ਕਰਦਾ ਹੈ ਕਿ ਇੱਕ ਫਿਰ ਦੁਬਾਰਾ ਪਰਮੇਸ਼ਵਰ ਤੁਹਾਨੂੰ ਇੱਕ ਨਵੇਂ ਕੋਵੈਨੈਂਟ, ਨਵੇਂ ਵਿਸ਼ਵਾਸ, ਨਵੇਂ ਪ੍ਰੋਮਿਸ ਦੇ ਵਿੱਚ ਤਬਦੀਲ ਕਰ ਸਕੇ। ਦੇਖिए ਇਹੀ ਸਾਡਾ ਇੱਕ ਸੇਵਾ ਹੈ ਕਿ ਜਿਹੜੀ ਪਰਮੇਸ਼ਵਰ ਨੇ ਸਾਨੂੰ ਬਖਸ਼ੀ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ, ਰੱਬ ਨਾਲ ਮੇਲ ਪ੍ਰੋਗਰਾਮ ਦੇ ਜ਼ਰੀਏ ਅਸੀਂ ਪਰਮੇਸ਼ਵਰ ਦੇ ਲੋਕਾਂ ਨੂੰ ਰੱਬ ਦੇ ਨਾਲ ਮੇਲ ਕਰਵਾ ਸਕੀਏ। ਜਿਹੜੇ ਤੁਹਾਡੇ ਜ਼ਹਿਨ ਦੇ ਵਿੱਚ ਸਵਾਲ ਹੈ, ਸਵਾਲ ਖਤਮ ਹੋ ਜਾਣ ਔਰ ਉੱਤਰ ਯਿਸੂ ਬਣ ਕੇ ਤੁਹਾਡੇ ਜੀਵਨ 'ਤੇ ਚੱਲ ਸਕੇ। ਦੇਖिए ਸਾਡੇ ਕੋਲ ਇੱਕ ਫਿਰ ਸਵਾਲ ਹੈ, ਸਾਡੇ ਇੱਕ ਬ੍ਰਦਰ ਨੇ ਪੰਜਾਬ 'ਚੋਂ, ਉਹਨਾਂ ਨੇ ਸਵਾਲ ਪੁੱਛਿਆ ਹੈ। ਇਹ ਸਵਾਲ ਇਸ ਤਰ੍ਹਾਂ ਹੈ, ਇਹ ਲਿਖਦੇ ਨੇ, ਮੈਂ ਪ੍ਰਭੂ ਦੇ ਵਿੱਚ ਆਪਣੇ ਜੀਵਨ ਨੂੰ ਪੂਰਾ ਅਰਪਿਤ ਕੀਤਾ ਹੈ ਪਰ ਮੇਰੇ ਜੀਵਨ ਦੇ ਵਿੱਚ ਸਮੱਸਿਆ ਕਾਫੀ ਆ ਜਾਂਦੀਆਂ ਹਨ। ਤੁਹਾਡੇ ਰੱਬ ਨਾਲ ਮੇਲ ਪ੍ਰੋਗਰਾਮ ਦੇ ਸੰਦੇਸ਼ ਨਾਲ ਮੈਨੂੰ ਬਹੁਤ ਦਲੇਰੀ ਮਿਲੀ ਹੈ, ਪਰ ਮੇਰਾ ਸਵਾਲ ਇਹ ਹੈ, ਪਰਮੇਸ਼ਵਰ ਅਗਰ ਸਾਨੂੰ ਇੰਨਾ ਪਿਆਰ ਕਰਦਾ ਹੈ ਤਾਂ ਪਰਮੇਸ਼ਵਰ ਨੇ ਸ਼ੈਤਾਨ ਨੂੰ ਕਿਉਂ ਬਣਾਇਆ ਹੈ। ਦੇਖिए ਪ੍ਰਭੂ ਦੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਆਪਣੇ ਸੰਤਾਨ ਨੂੰ, ਆਪਣੇ ਲੋਕਾਂ ਨੂੰ, ਆਪਣੀ ਪ੍ਰਜਾ ਨੂੰ ਬਹੁਤ ਪਿਆਰ ਕਰਦਾ ਹੈ, ਉਹਨਾਂ ਨੂੰ ਹਮੇਸ਼ਾ ਸਿਕਿਉਰ ਕਰਕੇ ਰੱਖਦਾ ਹੈ, ਉਹਨਾਂ ਨੂੰ ਬਚਾ ਕੇ ਰੱਖਦਾ ਹੈ। ਪਹਿਲੀ ਗੱਲ, ਪਰਮੇਸ਼ਵਰ ਨੇ ਕਦੇ ਵੀ ਸ਼ੈਤਾਨ ਨੂੰ ਨਹੀਂ ਬਣਾਇਆ। ਪ੍ਰਭੂ ਦੇ ਵਚਨ 'ਚ ਲਿਖਿਆ ਹੈ ਪਰਮੇਸ਼ਵਰ ਨੇ ਸਿਰਫ ਇੱਕ ਫਰਿਸ਼ਤੇ ਨੂੰ ਬਣਾਇਆ ਹੈ, ਇੱਕ ਫਰਿਸ਼ਤੇ ਦੀ ਉਸਾਰੀ ਕੀਤੀ ਹੈ। ਇੱਕ ਪਰਮੇਸ਼ਵਰ ਨੇ ਦੂਤ ਨੂੰ ਬਣਾਇਆ ਹੈ ਕਿ ਉਹ ਪ੍ਰਭੂ ਦੀ ਆਰਾਧਨਾ ਕਰ ਸਕੇ। ਜਿਹੜਾ ਇੱਕ ਫਰਿਸ਼ਤਾ ਹੈ ਉਹ ਸਿਰਫ ਪ੍ਰਭੂ ਦੀ ਆਰਾਧਨਾ ਵਾਸਤੇ ਬਣਾਇਆ ਜਾਂਦਾ ਹੈ, ਉਹ ਕਿ ਪ੍ਰਭੂ ਦੀ ਆਰਾਧਨਾ ਕਰ ਸਕੇ, ਉਹਦੇ ਨਾਂ ਦੀ ਮਹਿਮਾ ਕਰ ਸਕੇ, ਉਹਦੇ ਨਾਂ ਨੂੰ ਉੱਚਾ ਕਰ ਸਕੇ, ਵਰਸ਼ਿਪ ਕਰ ਸਕੇ, ਗਲੋਰੀ ਕਰ ਸਕੇ, ਉਹਦੇ ਨਾਮ ਨੂੰ ਲਿਫਟ ਅਪ ਕਰ ਸਕੇ, ਉਹਦੇ ਨਾਮ ਨੂੰ ਦੁਆਲਾ ਕਰ ਸਕੇ। ਦੇਖिए ਇਹ ਸਾਰੀ ਚੀਜ਼ਾਂ ਇੱਕ ਫਰਿਸ਼ਤੇ ਦਾ ਕੰਮ ਹੈ ਕਿ ਪਰਮੇਸ਼ਵਰ ਦੀ ਹਜ਼ੂਰੀ ਨੂੰ ਹੋਰ ਪਵਿੱਤਰਤਾ ਨਾਲ ਵੈਲਕਮ ਕਰ ਸਕਣ। ਪਰ ਪ੍ਰਭੂ ਦੇ ਵਚਨ 'ਚ ਲਿਖਿਆ ਹੈ ਕਿ ਪਰਮੇਸ਼ਵਰ ਨੇ ਕਦੇ ਵੀ ਕਿਸੇ ਵੀ ਸ਼ੈਤਾਨ ਨੂੰ ਨਹੀਂ ਬਣਾਇਆ। ਦੇਖिए ਜਦੋਂ ਮੁਸ਼ਕਿਲਾਂ ਸਾਡੇ ਜੀਵਨ 'ਚ ਆਉਂਦੀਆਂ, ਸਾਨੂੰ ਲੱਗਦਾ ਹੈ ਕਿ ਅਗਰ ਇਹ ਮੁਸ਼ਕਿਲਾਂ ਅਗਰ ਪੂਰੀਆਂ ਖਤਮ ਹੋ ਜਾਣ, ਇਹ ਸਾਰੀਆਂ ਸਮੱਸਿਆ ਖਤਮ ਹੋ ਜਾਣ, ਇੱਕ ਸਾਰੀਆਂ ਪ੍ਰੋਬਲਮਸ ਖਤਮ ਹੋ ਜਾਣ ਤਾਂ ਇਨਸਾਨ ਦੀ ਲਾਈਫ ਕਿੰਨੀ ਅੱਛੀ ਹੋ ਸਕਦੀ ਹੈ। ਦੇਖिए ਅਗਰ ਇਹ ਪ੍ਰੋਬਲਮਸ ਖਤਮ ਹੋ ਜਾਣ, ਸਮੱਸਿਆ ਖਤਮ ਹੋ ਜਾਣ, ਅਸੀਂ ਕਦੇ ਵੀ ਰੱਬ ਨਾਲ ਕਨੈਕਟ ਨਹੀਂ ਕਰ ਸਕਾਂਗੇ। ਇਹ ਪ੍ਰੋਬਲਮਸ ਹੀ ਹੈ ਜਿਹੜੀਆਂ ਸਾਨੂੰ ਰੱਬ ਦੇ ਨਾਲ ਕਨੈਕਟ ਕਰਦੀ ਹੈ, ਇਹ ਮੁਸ਼ਕਿਲਾਂ ਹੀ ਹੈ ਜਿਹੜੇ ਰੱਬ ਦੇ ਨਾਲ ਸਾਨੂੰ ਮੇਲ ਕਰਦੀ। ਪਰ ਰੱਬ ਨੇ ਕਦੇ ਨਹੀਂ ਚਾਹਿਆ ਕਿ ਅਸੀਂ ਮੁਸ਼ਕਿਲਾਂ ਦਾ ਹਿੱਸਾ ਬਣ ਸਕੀਏ। ਰੱਬ ਨੇ ਕਦੇ ਨਹੀਂ ਚਾਹਿਆ ਕਿ ਅਸੀਂ ਉਸ ਬਿਮਾਰੀਆਂ ਦਾ ਹਿੱਸਾ ਬਣ ਸਕੀਏ। ਪਰ ਰੱਬ ਨੇ ਕਦੇ ਨਹੀਂ ਚਾਹਿਆ ਕਿ ਅਸੀਂ ਉਸ ਪਰੇਸ਼ਾਨੀ ਦਾ ਹਿੱਸਾ ਬਣ ਸਕੀਏ। ਔਰ ਰੱਬ ਨੇ ਕਦੇ ਨਹੀਂ ਚਾਹਿਆ ਕਿ ਉਸ ਸਾਰੀ ਸਮੱਸਿਆ ਤੁਹਾਡੇ ਜੀਵਨ ਦੇ ਆ ਸਕੇ। ਇਸ ਕਰਕੇ ਰੱਬ ਨੇ ਕਦੇ ਸ਼ੈਤਾਨ ਨੂੰ ਨਹੀਂ ਬਣਾਇਆ। ਰੱਬ ਨੇ ਉਸ ਫਰਿਸ਼ਤੇ ਨਾਲ ਬਣਾਇਆ ਸੀ, ਪਰ ਉਹ ਆਪਣੇ ਘਮੰਡ ਕਰਕੇ, ਆਪਣੇ ਹੰਕਾਰ ਕਰਕੇ, ਆਪਣੀ ਗਲਤ ਸੋਚ ਕਰਕੇ ਉਹਨੂੰ ਇੱਕ ਡੈਵਲ ਦਾ ਨੇਮ ਦਿੱਤਾ ਗਿਆ, ਉਹਨੂੰ ਸੈਟਨ ਦਾ ਨੇਮ ਦਿੱਤਾ, ਸ਼ੈਤਾਨ ਦਾ ਨੇਮ ਦਿੱਤਾ ਗਿਆ। ਉਹਦੀ ਜਿਹੜੀ ਲਾਈਫ ਹੈ, ਉਹਦੀ ਜ਼ਿੰਦਗੀ ਹੈ, ਸ਼ੈਤਾਨ ਦੇ ਨਾਮ ਦੇ ਵਿੱਚ ਤਬਦੀਲ ਹੋ ਗਈ ਹੈ ਕਿਉਂਕਿ ਉਹਨੇ ਆਪਣੇ ਜੀਵਨ 'ਚ ਹੰਕਾਰ ਰੱਖਿਆ। ਦੇਖੋ ਜੀ ਘਮੰਡ ਹੀ ਕਿਸਦਾਂ ਦੀ ਚੀਜ਼ ਹੈ ਜਿਹੜਾ ਰੱਬ ਪਸੰਦ ਨਹੀਂ ਕਰਦਾ। ਪਰਮੇਸ਼ਵਰ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਬਰਕਤ ਦੇਣਾ ਚਾਹੁੰਦਾ ਹੈ। ਪਰਮੇਸ਼ਵਰ ਸਾਨੂੰ ਬਹੁਤ ਸਾਰੀ ਚੀਜ਼ਾਂ ਨੂੰ ਸਾਡੇ ਜੀਵਨ 'ਚ ਦੇ ਵਿੱਚ ਦੇਣਾ ਚਾਹੁੰਦਾ ਹੈ, ਪਰ ਪ੍ਰਭੂ ਦੇ ਵਚਨ 'ਚ ਲਿਖਿਆ ਹੈ ਉਹ ਟੈਸਟ ਕਰਦਾ ਹੈ, ਉਹ ਪਰਖਦਾ ਹੈ ਕਿ ਸਾਡੇ ਜੀਵਨ 'ਚ ਕਦੇ ਪ੍ਰਾਊਡ ਔਰ ਕਦੇ ਜਿਹੜਾ ਘਮੰਡ ਆ ਨਾ ਜਾਵੇ। ਕਿਉਂਕਿ ਹਮੇਸ਼ਾ ਸਾਡੇ ਜੀਵਨ ਦੇ ਵਿੱਚ ਇਸ ਗੱਲ ਨੂੰ ਯਾਦ ਰੱਖਣੀ ਹੈ, ਪਰਮੇਸ਼ਵਰ ਘਮੰਡ ਨੂੰ ਪਸੰਦ ਨਹੀਂ ਕਰਦਾ। ਪ੍ਰਭੂ ਦੇ ਵਚਨ 'ਚ ਲਿਖਿਆ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਅਗਰ ਬਰਕਤ ਮਿਲ ਰਹੀ ਹੈ, ਅਗਰ ਤੁਸੀਂ ਇਹ ਬਰਕਤ ਨੂੰ ਸ਼ੇਅਰ ਕਰ ਰਹੇ ਹੋ ਲੋਕਾਂ, ਆਪਣੇ ਭੈਣ ਭਰਾਵਾਂ ਦੇ ਵਿੱਚ, ਆਪਣੇ ਬੱਚਿਆਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਆਂਢ ਗੁਆਂਢ ਦੇ ਵਿੱਚ, ਆਪਣੇ ਨੇਬਰ, ਆਪਣੇ ਫਰੈਂਡ ਸਰਕਲ ਦੇ ਵਿੱਚ, ਇਸ ਚੀਜ਼ ਨੂੰ ਪਰਮੇਸ਼ਵਰ ਪਸੰਦ ਕਰਦਾ ਹੈ। ਕਿਉਂਕਿ ਅਸੀਂ ਇਹ ਵਾਲਾ ਵਚਨ, ਇਹ ਵਾਲੀ ਬਰਕਤ ਆਪਣੇ ਤੱਕ ਨਾ ਰੱਖੀਏ।
क्योंकि प्रभु के वचन 'ਚ लिखिਆ कि ਜਦੋਂ ਅਸੀਂ ਇਸ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਨਾਲ ਇਕੱਲੀ ਜੋੜ ਕੇ ਰੱਖਦੇ ਹਾਂ, ਅਸੀਂ ਪਰਸਨਲ ਬਲੈਸਡ ਹੋकर ਆਪਣੀ ਜ਼ਿੰਦਗੀ ਨੂੰ ਸਿਕਿਉਰ ਕਰ ਦਿੰਦੇ ਹਾਂ, ਪਰਮੇਸ਼ਰ ਇਸ ਲਾਈਫ ਨੂੰ ਪਸੰਦ ਨਹੀਂ ਕਰਦਾ ਹੈ। परमेश्वर के वचन 'ਚ लिखिਆ अगर तू बचिया है तो तेरे नाल दे भी बचने बहुत ज़्यादा जरूरी है। परमेश्वर ने सानू एक कम बख्शिया। अगर असी इस दुनिया ते हैं, अगर साढ़े जीवन के मुश्किल आ रही हैं, कदे भी ये सवाल अपनी जिंदगी 'ਚ ना लैके आइए, इदां दी सोच कदे ना लैके आइए कि रब सानू प्यार नहीं करता, कि रब सानू इस मुश्किलों का सानू हिस्सा बना के रखा कि असी इस मुश्किलों के विच रह सकीए। परमेश्वर ने सानू ऑलरेडी इस मुश्किलों 'चों कढ़ दिता है। एक गल होर याद रखिए, कई लोग ये सवाल पूछते होंगे कि कई लोग प्रेयर रिक्वेस्ट भेजते होंगे कि मैं साडे लई प्रार्थना करो असीं शैतान नूं हरा सकीए, अस नूं डिफीट कर सकीए। देखिए, शैतान ऑलरेडी हारिया होया है, शैतान नूं परमेश्वर ने ऑलरेडी डिफीट कर दिता है। सानू उन्होंने डिफीट इस करके करना है कि जेड़े रस्ता साडे लई बनांदा है, असीं उस रस्ते नूं एक्सैप्ट नहीं करना, तां वो डिफीट हुंदा है। पर अगर आप गल करिए कि असीं उन्होंने हराना चाहते हैं, ये गल याद रखिए, परमेश्वर ने अपनी सलीबी मौत के कारण उस दे नाल सानू एक जित दे दी है, एक विक्ट्री दे दी है, एक शिफा बख्श दी है कि साडे उत्ते ये चीज़ां कदे भी हैवी तो प्रबल नहीं हो सकदियां, क्योंकि परमेश्वर ने ऑलरेडी उस सैटन नूं हरा दिता है। परमेश्वर ने उन्होंने साडी जिंदगियों तो अलग कर दिता है, दूर कर दिता है। साडी जिंदगी हुण परमेश्वर दे विच चलदी है, परमेश्वर दे नाल सिक्योर हुई हुई है, परमेश्वर दे नाल मेल करदे होए साडी जिंदगी दे विच एक होप बनी हुई है कि असीं उस अच्छी जिंदगी नूं अपनी जिंदगी 'च महसूस कर सकांगे। देखिए, प्रभु के वचन 'ਚ लिखिया कि जिहड़ा इंसान के जीवन में मुश्किलां हैं, परेशानियां हैं, कोई भी इस तरह की समस्या अगर मसीह दे विच होके तुहाडे जीवन दे विच आ रही, गल याद रखे, तुहाडे जीवन 'ਚ एक नई टेस्टमनी बननी है, तुहाडे जीवन दे विच एक नई गवाही बननी है। देखो, जदों परमेश्वर दे विच कोई मुश्किल आंदियां, उदों ही इंसान गवाही लई तैयार होंदा है, जदों उहनूं ओवरकम करदा है। असी इस चीज़ नूं ओवरकम इस करके करदे हां क्योंकि परमेश्वर ने ऑलरेडी इस वर्ल्ड नूं ओवरकम कीता होया है, उस मुश्किलों ते ओवरकम किया, उस बीमारियों उत्ते ओवरकम किया, उस परेशानियों उत्ते ओवरकम किया, उस कलेश उत्ते उस जिहड़ी साडी शांति साडी पीस नूं खत्म कर दी, उहदे उत्ते ओवरकम किया है। रब ने हर एक सिचुएशन नूं साडे लई प्लेन कीती है, क्लीयर कीती है और क्लीन कीती हुई है कि असी उस सिचुएशन नूं अपनी जिंदगी दे विच रख कर प्रभु की महिमा कर सकीए। देखिए, परमेश्वर साडी लाइफ नूं इन्ना प्यार करता है कि वो चाहता है कि असी अच्छे डिसीजन ले सकीए। देखिए, आदम और हवा नूं परमेश्वर ने एक अच्छी जगह ते रखिया सी, क्योंकि वो चाहता सी कि ये मेरे बच्चे मेरी आवाज़ नूं सुन सकन, मेरे हुक्म नूं मन सकन। परमेश्वर ने हुक्म दिता सी कि वो उस हुक्म नूं मन सकन। परमेश्वर ने उन्हां नूं दस्सिया सी कि अगर तुसी गलत काम करोगे, अगर तुसी मेरे हुक्म की पालना नहीं करोगे, तो तुहाडी जिंदगी दे विच आने वाली प्रॉब्लम हो सकती है, तुहाडी जिंदगी दे विच आने वाली समस्या आ सकती है। देखिए, परमेश्वर कदे भी पुश नहीं करता, कदे भी जबरदस्ती नहीं करता। परमेश्वर हमेशा सानू दो रस्ते दिंदा है, एक परमेश्वर दी हुक्म उहदी आग्या दा रस्ता हुंदा है, एक जिहड़ा उहदी आग्या तो बिना चलदा है। जदों असीं उहदी आग्या तो बिना वाले रस्ते नूं एक्सैप्ट करते हैं तो साडी मुश्किलां दा कोई हल नहीं निकलदा, फिर सानू सल्यूशनस नहीं मिलता, तो साडी जिहड़ी लाइफ दी जिहड़ी होप है ख़त्म हो जाती है। उस वेले इंसान दे जीवन दे विच डर पैदा हो जाता है और इंसान के जीवन के खौफ पैदा हो जाता है। उस वेले इंसान के जीवन के मायूसी आ जाती है, उस वेले इंसान उस चीज़ को ओवरकम नहीं कर पाता। परमेश्वर के अगर रस्ते नूं असीं चुनते हैं, मुश्किलां जरूर आउणगियां, पर असी उस मुश्किलों चों निकल जाएंगे, क्योंकि परमेश्वर के वचन 'ਚ लिखिया है उस वेले तुहाडे लई दूजा रस्ता तैयार करता है कि तुसीं उस मुश्किल चों निकल सको। फिर तुहाडी होप नहीं कदे मरदी, तुहाडे जीवन नूं कदे भी मायूसी का सामना नहीं करना पैंदा, तुहाडा डर का सामना नहीं करना पैंदा, तुहाडे जीवन दे खौफ पैदा नहीं होंदा, फिर तुसीं एक दलेरी वाली जिंदगी जींदे हो। जदों असी अपने अच्छे डिसीजन के नाल परमेश्वर दे नाल कनैक्ट करते, उहदे नाल मेल रखते हैं,
ਤੇ ਸਾਡੀ ਜੀਵਨ 'ਚ ਵਿਕਟਰੀ ਆਉਂਦੀ ਹੈ। ਦੇਖिए ਸਾਡਾ ਜਿਹੜਾ ਜੀਵਨ ਹੈ, ਸਾਡਾ ਜਿਹੜਾ ਬਲੱਡ ਹੈ, ਸਾਡੇ ਜੀਵਨ ਦੇ ਵਿੱਚ ਜਿਹੜੀ ਐਫਰਟਸ ਕਰਦੇ, ਮਿਹਨਤ ਕਰਦੇ, ਜਿਹੜੀ ਕਿਰਤ ਕਰਦੇ ਹਨ, ਇਹ ਆਲਰੇਡੀ ਵਿਕਟਰੀ ਦੇ ਵਿੱਚ ਕਨਵਰਟ ਹੋਈ ਹੈ, ਕਿਉਂਕਿ ਸਾਡਾ ਜਿਹੜਾ DNA ਹੈ ਆਲਰੇਡੀ ਵਿਕਟਰੀ ਵਾਲਾ ਹੈ ਔਰ ਆਲਰੇਡੀ ਜਿੱਤ ਵਾਲਾ ਹੈ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਲਰੇਡੀ ਜਿੱਤ ਦੇ ਦਿੱਤੀ ਹੈ, ਸਾਨੂੰ ਜਿੱਤ ਮਿਲ ਚੁੱਕੀ ਹੈ। ਬਸ ਅਸੀਂ ਆਪਣੇ ਅੱਛੇ ਡਿਸੀਜ਼ਨ ਦੇ ਨਾਲ ਰੱਬ ਦੇ ਨਾਲ ਕਨੈਕਟ ਕਰ ਸਕੀਏ। ਜਿਹੜੇ ਦੋ ਰਸਤੇ ਸਾਡੇ ਸਾਹਮਣੇ ਆਉਂਦੇ ਹਨ, ਅਸੀਂ ਉਹਨੂੰ ਪਰਮੇਸ਼ਵਰ ਦੇ ਨਾਂ ਦੇ ਵਿੱਚ ਅੱਛੇ ਰਸਤੇ ਨੂੰ, ਪ੍ਰਭੂ ਦੇ ਰਸਤੇ ਨੂੰ ਐਕਸੈਪਟ ਕਰਕੇ ਆਪਣੇ ਜੀਵਨ ਨੂੰ ਅੱਗੇ ਵਧਾ ਸਕੇ। ਫਿਰ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ, ਸਾਡੀ ਪ੍ਰੋਬਲਮ ਹੈ, ਜਿਹੜੀਆਂ ਹਮੇਸ਼ਾ ਲਈ ਟਿਕਣਗੀਆਂ, ਆਉਣਗੀਆਂ, ਫਿਰ ਦੂਰ ਹੋ ਜਾਣਗੀਆਂ। ਉਸੇ ਤਰ੍ਹਾਂ ਤੁਹਾਡਾ ਵਿਸ਼ਵਾਸ ਦਿਨ ਬ ਦਿਨ ਵੱਧਦਾ ਜਾਏਗਾ ਪ੍ਰਭੂ ਦੇ ਵਿੱਚ। ਤਾਂ ਹੀ ਪ੍ਰਭੂ ਦੇ ਵਚਨ 'ਚ ਲਿਖਿਆ, ਜਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ, ਅੱਛੇ ਡਿਸੀਜ਼ਨ ਦੇ ਨਾਲ ਉਹਨੂੰ ਓਵਰਕਮ ਕਰੀਏ, ਆਪਣੇ ਫੇਥ ਦੇ ਨਾਲ ਉਹਨੂੰ ਓਵਰਕਮ ਕਰੀਏ। ਜਿਹੜਾ ਇਨਸਾਨ ਮਸੀਹ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਓਵਰਕਮ ਨਹੀਂ ਕਰ ਸਕਦਾ, ਸਿਚੁਏਸ਼ਨਸ ਓਵਰਕਮ ਨਹੀਂ ਕਰ ਸਕਦਾ, ਇਟ ਮੀਨਸ ਯਾਦ ਰੱਖੀਏ ਕਿ ਤੁਸੀਂ ਜਿਹੜਾ ਰਸਤਾ ਹੈ ਉਹ ਸਹੀ ਰਸਤਾ ਚੂਜ਼ ਨਹੀਂ ਕੀਤਾ, ਤੁਸੀਂ ਈਜ਼ੀ ਵੇ ਫੜ ਲਿਆ ਹੈ। ਅਗਰ ਤੁਸੀਂ ਆਪਣੀ ਪ੍ਰਾਰਥਨਾ ਵਾਲੀ ਜ਼ਿੰਦਗੀ ਨਹੀਂ ਰੱਖ ਰਹੇ ਹੋ ਇਸ ਵੇਲੇ, ਅਗਰ ਤੁਸੀਂ ਵਚਨ ਪੜ੍ਹਨ ਵਾਲੀ ਜ਼ਿੰਦਗੀ ਨਹੀਂ ਰੱਖ ਰਹੇ ਹੋ ਇਸ ਵੇਲੇ, ਅਗਰ ਤੁਸੀਂ ਫੈਲੋਸ਼ਿਪ ਕਰਨ ਵਾਲੀ ਜ਼ਿੰਦਗੀ ਨਹੀਂ ਰੱਖ ਰਹੇ ਹੋ ਇਸ ਵੇਲੇ, ਚਰਚ ਜਾਣ ਵਾਲੀ ਜ਼ਿੰਦਗੀ ਨਹੀਂ ਰੱਖ ਰਹੇ ਹੋ ਇਸ ਵੇਲੇ, ਭਾਵੇਂ ਤੁਸੀਂ ਮਸੀਹ ਦੇ ਨਾਲ ਕਨੈਕਟ ਕੀਤੇ ਹੋਏ, ਪਰ ਯਾਦ ਰੱਖੀਏ ਤੁਹਾਡੇ ਜੀਵਨ ਦੇ ਵਿੱਚ ਡਰ ਪੈਦਾ ਹੋ ਜਾਏਗਾ, ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਹੋਰ ਵੱਧਦੀਆਂ ਜਾਣਗੀਆਂ, ਪਰ ਤੁਹਾਨੂੰ ਰਸਤਾ ਨਹੀਂ ਮਿਲੇਗਾ। ਕਿਉਂਕਿ ਪਰਮੇਸ਼ਵਰ ਦੇ ਵਚਨ 'ਚ ਲਿਖਿਆ, ਉਹ ਚਾਹੁੰਦਾ ਹੈ ਕਿ ਤੁਸੀਂ ਕਨੈਕਟ ਕਰੋ, ਵਚਨ ਪੜ੍ਹੋ, ਪ੍ਰਾਰਥਨਾ ਵਾਲੀ ਜ਼ਿੰਦਗੀ ਬਣਾਓ, ਫੈਲੋਸ਼ਿਪ ਕਰੋ, ਆਪਣੀ ਜ਼ਿੰਦਗੀ ਨੂੰ ਆਰਾਧਨਾ ਦੇ ਵਿੱਚ ਮਗਨ ਕਰੋ, ਵਰਸ਼ਿਪ ਕਰੋ, ਗਲੋਰੀ ਕਰੋ। ਇਹੀ ਪਰਮੇਸ਼ਵਰ ਚਾਹੁੰਦਾ, ਕਿਉਂਕਿ ਇਹ ਸ਼ੈਤਾਨ ਉਹ ਇਸ ਕਰਕੇ ਬਣਿਆ ਕਿਉਂਕਿ ਉਹਨੇ ਇਹ ਚੀਜ਼ਾਂ ਤੋਂ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੱਤਾ। ਉਹਨੇ ਸੋਚਿਆ ਕਿ ਮੈਂ ਇਹ ਤੋਂ ਵੀ ਬਹੁਤ ਅੱਛਾ ਹੈ, ਮੇਰੇ ਅੰਦਰ ਬਹੁਤ ਅੱਛੀ ਕੁਆਲਿਟੀ। ਤਾਂ ਹੀ ਯਸ਼ਾਇਆ ਦੀ ਕਿਤਾਬ ਅਗਰ ਆਪਾਂ ਪੜ੍ਹਦੇ ਹਾਂ ਵਚਨ ਦੇ ਵਿੱਚ, ਇੱਥੇ ਯਸ਼ਾਇਆ ਉਹਦੀ 14 ਅਗਰ ਉਹਦੀ 13 ਐਡ ਦੇ ਵਿੱਚ ਇੱਦਾਂ ਲਿਖਿਆ ਕਿ ਮੈਂ ਆਪਣੇ ਦਿਲ ਵਿੱਚ ਆਖਿਆ, ਸ਼ੈਤਾਨ ਇਸ ਚੀਜ਼ ਨੂੰ ਬਿਆਨ ਕਰ ਰਿਹਾ ਹੈ, ਉਹਨੇ ਆਪਣੇ ਦਿਲ ਵਿੱਚ ਆਖਿਆ, ਭਈ ਮੈਂ ਆਕਾਸ਼ ਉੱਤੇ ਚੜ੍ਹ ਜਾਵਾਂ, ਪਰਮੇਸ਼ਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣੇ ਸਿੰਘਾਸਨ ਉੱਚਾ ਧਰਾਂਗਾ ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। ਦੇਖਿਏ ਉਹਦੇ ਮਨ ਦੇ ਵਿੱਚ ਘਮੰਡ ਆ ਗਿਆ, ਉਹਦੇ ਮਨ ਦੇ ਵਿੱਚ ਹੰਕਾਰ ਸੀ। ਜਦੋਂ ਉਹਨੇ ਸੋਚਿਆ ਕਿ ਮੈਂ ਪਰਮੇਸ਼ਵਰ ਦੀ ਬਣਾਈ ਹੋਈ ਰਚਨਾ ਤੋਂ ਵੀ ਬਹੁਤ ਉੱਚਾ ਹੋ ਸਕਦਾ ਹਾਂ, ਉਹਦੀ ਬਣਾਈ ਹੋਈ ਹਰ ਇੱਕ ਸ੍ਰਿਸ਼ਟੀ ਤੋਂ ਵੀ ਬਹੁਤ ਹੋਣਹਾਰ ਹੋ ਸਕਦਾ ਹੈ, ਪਰਮੇਸ਼ਵਰ ਦੀ ਸੋਚ ਦੇ ਨਾਲੋਂ ਜ਼ਿਆਦਾ ਹੋਣਹਾਰ ਹੋ ਸਕਦਾ ਹੈ, ਉਹਦੀ ਹਰ ਇੱਕ ਐਫਰਟਸ ਦੇ ਨਾਲ ਨਹੀਂ ਬਲਕਿ ਮੈਂ ਆਪਣੀ ਸੋਚ ਦੇ ਨਾਲ ਜ਼ਿਆਦਾ ਅੱਗੇ ਵੱਧ ਸਕਦਾ ਹੈ। ਤਾਂ ਪਰਮੇਸ਼ਵਰ ਨੇ ਉਹਨੂੰ ਆਪਣੀ ਪ੍ਰਜਾ ਤੋਂ ਦੂਰ ਕਰਤਾ, ਆਪਣੇ ਜਿਹੜੇ ਕਿੰਗਡਮ ਤੋਂ ਦੂਰ ਕਰ ਦਿੱਤਾ, ਆਪਣੀ ਜਿਹੜੀ ਪ੍ਰੈਜ਼ੈਂਸ ਤੋਂ ਦੂਰ ਕਰ ਦਿੱਤਾ, ਕਿਉਂਕਿ ਪਰਮੇਸ਼ਵਰ ਇੱਦਾਂ ਦੇ ਲੋਕਾਂ ਨੂੰ, ਇੱਦਾਂ ਦੇ ਇਨਸਾਨ ਨੂੰ, ਇੱਦਾਂ ਦੇ ਵਿਚਾਰ ਨੂੰ, ਇੱਦਾਂ ਦੇ ਸੋਚ ਨੂੰ ਪਸੰਦ ਨਹੀਂ ਕਰਦਾ। ਤਾਂ ਹੀ ਉਹਨੂੰ ਸ਼ੈਤਾਨ ਦਾ ਨਾਂ ਦਿੱਤਾ ਗਿਆ ਹੈ, ਤਾਂ ਹੀ ਉਹਨੂੰ ਸੈਟਨ ਦਾ ਨਾਂ ਦਿੱਤਾ ਗਿਆ, ਤਾਂ ਹੀ ਉਹਨੂੰ ਡੈਵਲ ਦਾ ਨਾਮ ਦਿੱਤਾ ਗਿਆ, ਜਿਹੜਾ ਪਰਮੇਸ਼ਵਰ ਦੀ ਸੋਚ ਤੋਂ ਅਗੇਂਸਟ ਚੱਲਦਾ ਹੈ, ਪਰਮੇਸ਼ਵਰ ਦੀ ਆਗਿਆ ਤੋਂ ਅਲੱਗ ਚੱਲਦਾ ਹੈ, ਦੂਰ ਹੋ ਕੇ ਚੱਲਦਾ ਹੈ। ਚਾਹੇ ਪਰਮੇਸ਼ਵਰ ਦੇ ਉਹ ਨਾਲ ਰਹਿੰਦਾ ਸੀ, ਪਰ ਉਹਦੀ ਸੋਚ ਜਿਹੜੀ ਸੀ, ਉਹਦੇ ਡਿਸੀਜ਼ਨ ਜਿਹੜੇ ਸੀਗੇ ਉਹ ਠੀਕ ਨਹੀਂ ਸੀਗੇ, ਤਾਂ ਉਹਦੀ ਜ਼ਿੰਦਗੀ ਇੱਕ ਅੰਧਕਾਰ ਦੇ ਵਿੱਚ ਰਹਿ ਗਈ। ਤਾਂ ਅੱਜ ਦੀ ਡੇਟ ਦੇ ਵਿੱਚ, ਅੱਜ ਦੇ ਟਾਈਮ ਦੇ ਵਿੱਚ, ਅੱਜ ਦੇ ਇਸ ਮਾਹੌਲ ਦੇ ਵਿੱਚ ਉਹ ਪਰਮੇਸ਼ਰ ਦੀ ਸਭ ਤੋਂ ਖੂਬਸੂਰਤੀ ਵਾਲੀ ਚੀਜ਼ ਦੀ ਰਚਨਾ ਜਿਹੜੀ ਇਨਸਾਨ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਮਨ ਦੇ ਵਿੱਚ ਡਰ ਪੈਦਾ ਕਰਦਾ ਹੈ, ਦਿਮਾਗ ਦੇ ਵਿੱਚ ਬੁਰੇ ਖਿਆਲਾਤ ਲੈ ਕੇ ਆਉਂਦਾ ਹੈ, ਉਹਦੇ ਮਨ ਨੂੰ ਮੈਨੂਪਲੇਟ ਕਰਦਾ ਹੈ ਕਿ ਉਹਨਾਂ ਦੀ ਜ਼ਿੰਦਗੀਆਂ ਨੂੰ ਖੌਫ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹ ਇਹ ਸੋਚਣ ਕਿ ਸਾਡੀ ਹੁਣ ਆਸ ਬਿਲਕੁਲ ਖਤਮ ਹੋ ਚੁੱਕੀ ਹੈ। ਦੇਖਿਏ ਪਰਮੇਸ਼ਵਰ ਦੇ ਵਿੱਚ ਜਦੋਂ ਇਨਸਾਨ ਹੁੰਦਾ ਹੈ, ਇਸੇ ਚੀਜ਼ ਤੋਂ ਸਾਡੀ ਲੜਾਈ ਹੈ, ਇਸੇ ਚੀਜ਼ ਤੋਂ ਲੜਨਾ ਹੈ, ਅਸੀਂ ਇਸੇ ਚੀਜ਼ 'ਤੇ ਅਗੇਂਸਟ ਖੜ੍ਹੇ ਹੋਣਾ ਹੈ ਕਿ ਅਸੀਂ ਸ਼ੈਤਾਨ ਦੀ ਸੋਚ, ਗਲਤ ਸੋਚ, ਉਹਦੇ ਵਿਚਾਰ ਸਾਡੇ ਜੀਵਨ ਤੱਕ ਨਾ ਆ ਸਕੇ, ਸਿਰਫ ਰੱਬ ਦੀ ਰਜ਼ਾ ਨੂੰ ਪੂਰਾ ਕਰ ਸਕੀਏ, ਉਹਦੇ ਹੀ ਦਿੱਤੇ ਹੋਏ ਕਮੈਂਡਮੈਂਟ 'ਤੇ ਚੱਲ ਸਕੀਏ। ਪਰਮੇਸ਼ਵਰ ਨੇ ਇਨਸਾਨ ਨੂੰ ਉਹਦੀ ਆਰਾਧਨਾ ਕਰਨ ਲਈ ਬਣਾਇਆ ਅਤੇ ਅਸੀਂ ਉਹਨੂੰ ਕਰ ਸਕੀਏ। ਫਿਰ ਸਾਡੇ ਜੀਵਨ 'ਚ ਅਗਰ ਮੁਸ਼ਕਲਾਂ ਆਉਣਗੀਆਂ, ਅਸੀਂ ਪਰਮੇਸ਼ਵਰ ਦੇ ਨਾਂ 'ਚ ਉਹਨੂੰ ਬੜੇ ਈਜ਼ਲੀ, ਬੜੇ ਆਸਾਨੀ ਨਾਲ ਓਵਰਕਮ ਕਰ ਦਾਂਗੇ। ਫਿਰ ਸਾਡੀ ਜ਼ਿੰਦਗੀ 'ਚ ਜਿਹੜਾ ਵਿਸ਼ਵਾਸ ਬਹੁਤ ਅੱਗੇ ਵਧੇਗਾ। ਦੇਖਿਏ ਤਾਂ ਹੀ ਪਰਮੇਸ਼ਵਰ ਦੇ ਵਚਨ 'ਚ ਲਿਖਿਆ, ਜਿਹੜਾ ਇਨਸਾਨ
प्रभु दे विच नवीं चीज़ां नूं हासिल करता है, वो परमेश्वर की दिती हुई है। परमेश्वर की एक बहुत वड्डी ब्लैसिंग है कि तुहाडे जहन के जरिए, तुहाडे अंदर जिहड़ा विश्वास है, तुहाडे जहन दे विच विश्वास है, उहदे जरिए परमेश्वर तुहानूं बहुताई दे नाल बरकत दिंदा है, तुहानूं जोड़ के रखता है अच्छे लोगों के नाल, अच्छियां गल्लां दे नाल। फिर तुहाडी जिंदगी कदे भी उस पुराने मोड़ ते वापस नहीं जाती है। कदे भी असीं ये नहीं सोचते कि फिर साडे जीवन च हो नहीं सकता, फिर असीं कहने कि असीं कर लवांगे। देखिए, अगर कोई इदां दी समस्या तुहाडे जीवन दे विच इस वेले चल रही है, इस वेले तुहानूं कोई परेशान कर रही है, अगर कोई तुहाडे जहन दे विच हजे इदां दी होर प्रॉब्लम्स है, मसीह दे विच हो, फिर भी कई इदां दी मुश्किलां दे नाल तुसीं सामना कर रहे हो, कल याद रखो परमेश्वर ने कहा इस शरीर जिहड़ा है ये परमेश्वर का हैकल है, उहदे वास करन दी स्थान है। परमेश्वर अपना सिंघासन इत्थे पैदा करता है, परमेश्वर की आराधना इत्थे होंदी है, परमेश्वर का हैकल है, परमेश्वर का चर्च है, परमेश्वर का घर है, परमेश्वर का शरण स्थान है। देखिए, परमेश्वर चाहता है कि इस शरीर तो सिर्फ प्रभु की आराधना निकल सके, है ना, अच्छे डिसीजन निकल सकन, तां परमेश्वर साडे नाल कनैक्ट करता है ते असीं परमेश्वर नाल कनैक्ट करते हैं। देखिए, कई लोगों ने इसमें तो सवाल पूछा से, कई शराब दे विच फसे हुए ने, कई नशे दे विच फसे हुए हैं, कि सोचते हैं कि वो इस चीज़ तो छुटकारा नहीं पा रहे हैं, उस चीज़ तो दूर नहीं हो पा रहे। पर मैं तुहानूं दसना चाहना है, कोई भी इदां दी सोच नहीं है कि जिहड़ी तुसीं उहनूं ओवरकम ना कर सको। अगर तुहाडे जीवन 'च कोई नशे की कोई ऐसी प्रॉब्लम है, तुहाडे जीवन दे विच कोई इदां दी कोई मुश्किल तुहाडे जीवन दे विच है जिहड़ी तुसीं कह रहे हो कि मेरे तो दूर नहीं हो पा रही है, एक गल याद रखो कि मसीह दे विच परमेश्वर ने तुहानूं ओवरकम करन वाली एक स्पिरिट नाल तुहानूं नवाजिया होया है, उन्होंने तुहानूं दित्ती हुई है, तुहानूं बरकत दे नाल तुहानूं उस चीज़ नूं परफेक्ट किया होया कि तुसीं उहनूं ओवरकम कर सकते हो। एक सैटन ही है जिहड़े तुहाडे मन नूं, तुहाडे दिमाग नूं मैनिपुलेट कर रहा है कि तुसीं कर नहीं सकते हो। तुसीं चाहो तो तुसीं अज चाहो तो अज इसे वेले तुसीं इहनूं छड्ड सकते हो, इहदे उत्ते शिफा तुसीं प्राप्त कर सकते हो, और तुहाडी जिंदगी दे विचों चीज़ हमेशा लिए दूर हो सकती है अगर तुसीं एक बारी डिसीजन लो। परमेश्वर खुद तुहाडे कोल आके तुहाडी हेल्प करेंगे, तुहाडे नाल साथ देंगे, तुसीं इस चीज़ नूं समझ सकोगे, फिर तुसीं इस चीज़ नूं पूरी तरह अपनी जिंदगी तो कढ़ के बाहर कर सकते हो। तुहाडे डिसीजन ते डिपेंड है, अब तुसीं किस तरह का डिसीजन ले रहे हो। अगर तुसीं सोच रहे हो कि मैं कर नहीं पाऊँगा, फिर तुसीं नहीं कर पाओगे। देखिए, तुसीं परमेश्वर दी एक बहुत वड्डी विक्ट्री का हिस्सा हो। जिस विक्ट्री परमेश्वर ने सानू दिती है, असी बहुत चीज़ों को ओवरकम कर सकते हैं परमेश्वर यीशु मसीह के नाम दे विच। तुसीं कह सको कि प्रभु जी, मैं तेरे नाम दे विच इस सारी गंदी आदत नूं, इस सारी गलत आदत नूं परमेश्वर यीशु मसीह के नाम दे विच ओवरकम करता है, इनू ख़त्म करता है अपनी जिंदगी च। परमेश्वर तुहाडी इस विश्वास के जरिए जिहड़े अल्फाज बोले हैं, परमेश्वर उस वेले उस अल्फाजां के जरिए तुहाडी जिंदगी नूं तब्दील करेगा, तुहाडी जिंदगी नूं बिल्कुल चेंज करेगा, और वो मुश्किल, वो कमज़ोरी फिर कदे भी तुहाडे नाल जुड़ नहीं सकेगी, क्योंकि ये परमेश्वर का वायदा है। जो असी प्रभु दे विच होके इन्हूं पूरा करदे, फिर कोई समस्या, फिर कोई मुश्किल अगर सामने आएगी, असी मसीह यीशु दे नाम दे विच उन्हूं ओवर कम कर सकांगे, उन्होंने अपनी जिंदगी दे विच उन्होंने कदे भी हैवी नहीं होने देवांगे, क्योंकि असी मसीह दे विच एक नई विक्ट्री हासिल की हुई है। परमेश्वर दे नाम दे विच तुहानूं इस वीडियो के जरिए, इस प्रोग्राम के जरिए, इस सवाल के जरिए जिहड़ा तुसीं पुछया, तुहानूं बहुत बहुत बरकत देवे कि तुसीं इस सवालों के नाल तुसीं अपनी जिंदगी नूं होर परमेश्वर नाल कनैक्ट कर सको। देखिए, मेरे लिए प्रैक्टिकल सजेशन तुहाडे लई ये हैं कि पहला एक प्रैक्टिकल सजेशन तुहाडे लिए ये है कि कदे भी डेवल दी एक्टिविटीज़ का हिस्सा ना बनिए। कदे भी उहदी कोई भी एक्टिविटी हो रही हो, जानू लग रहा है उहदा हिस्सा ना बनिए, उस वेले अपने आप को स्टॉप करिए। देखिए, उस स्टॉप करने का कारण की है। पहली गल, अगर घर दे विच कोई इदां दा माहौल क्रिएट हुंदा, लड़ाई झगड़े वाला माहौल पैदा हुंदा, तुहाडे ऑफिस दे विच अगर होना शुरू हुंदा है, अगर तुहाडी फैमिली दे विच, तुहाडी फ्रेंड सर्कल दे विच, तुहाडे हसबैंड वाइफ दे विच, तुहाडे बच्चों दे विच, उस वेले ही तुसीं उन्होंने महसूस करो। अगर कितने कोई माहौल बिगड़ रहा है, उस वेले तुसीं चुप कर जाओ, उस वेले चुप करके तुसीं प्रार्थना करो।
अगर तुसी आर्गूमेंट्स दे विच पै जाओगे, अगर तुसी डिबेट करनी शुरू करोगे, शैतान हमेशा एक दूजे इंसान नूं डिबेट करवांदा है, बहस करवांदा है। उस बहस दे नाल बहुत वड्डा एक कन्फ्यूजन पैदा होंदी है। याद रखना उत्थों परेशानी स्टार्ट होंदी है। असली परमेश्वर दे वचन च लिखिਆ है तुसी कदे भी बहस का हिस्सा, डिबेट का हिस्सा नहीं बनना है। जिथे तुहानूं लगदा है ये एक्टिविटीज़ हैं जिहड़ी सैटन साडी डे टू डे लाइफ दे विच इहनूं जीवन दे विच करन दी कोशिश करदा है। और कई बार तुहानूं फील हुंदा है, कई बार जो तुसी प्रभु दे कनैक्ट करदे हो फिर भी तुहानूं दिल नहीं करदा है वचन पढ़न नूं, बाइबल पढ़न नूं ते फैलोशिप करन नूं। ये सारा सैटन फिर दोबारा मैनिपुलेट कर रहा है। ये प्रैक्टिकल सुजैशन उस वेले ही अपनी जिंदगी नूं प्रार्थना दे विच रखनी शुरू करो। उस टाइम ही तुसीं प्रेयर करो, प्रभु जी मैनूं बल बख्श, समर्थ दे कि प्रभु जी मैं इस सिचुएशन ओवरकम कर सकां। ये परमेश्वर दा सही रस्ता है। अगर तुसीं डिले करके इग्नोर कर दिता, वो रास्ता सैटन वाला रास्ता बन जाएगा। अगर तुसीं जिथे इग्नोर कर दिता, अगर उन्होंने ओवरलुक कर दिता, तो वो सैटन वाला रस्ता नूं असीं एक्सैप्ट किते ना किते कर लांगे। अगर जदों असीं उन्होंने उस मुश्किल नूं परमेश्वर दे नाम दे विच उन्होंने खत्म करन दी, उन्होंने डिफीट करन दी, उन्होंने हरान की कोशिश करांगे अपनी प्रार्थना के जरिए, अल्फाज के जरिए, वो परमेश्वर का सही रास्ता है। उस वेले ही उस वे तुहानूं फील लगे कोई भी हलचल थोड़ी लाइफ के डिस्टर्बेंस पैदा हो रही है, उस वेले अपनी जिंदगी नूं प्रार्थना की जिंदगी में लैके जाओ। उस वे प्रेयर करो, प्रभु जी मैनूं हौसला बख्श, दिलेरी बख्श, ये शैतान का जो भी प्रेशर है प्रभु यीशु मसीह तेरे फांक और पवित्र नाम च इस वेले मैं हुक्म दिनी है इत्थों दूर हो जाए। परमेश्वर यीशु मसीह के नाम च उस वेले वो चला जाता है, क्योंकि परमेश्वर के नाम दे समर्थ है, फिर परेशानी टिकती नहीं है। अगर तुहाडा सवाल इस तरीके नाल हजे भी खड़ा है, तुसी इस प्रोग्राम के जरिए अपने इस सवाल नूं रिफ्रैश करिए, इनू सवाल नूं होर चंगी तरह समझ के, इस उत्तर नूं चंगी तरह समझ के इस सवाल नूं अपनी जिंदगी दे विच ख़त्म कर सकीए प्रभु यीशु मसीह दे नाम दे विच, और कह सके हुण मैं एक ओवरकम कर सकदा हां, उस सिचुएशन नूं अपनी जिंदगी चों ख़त्म कर सकदा हां। अगर ये प्रैक्टिकल सुजैशन तुहाडे लई काम आउंदियां हन तो तुसीं जरूर एक गवाही का हिस्सा बनना है, तुसीं जरूर टेस्टमनी देनी है। परमेश्वर दे नाम च जरूर टेस्टमनी दोगे, परमेश्वर तुहाडे विश्वास नूं होर उच्चा लैके जांदा है। परमेश्वर तुहानूं सारिआं नूं बरकत देवे, तुहानूं सारिआं नूं बहुताई दे नाल होर तुहानूं परमेश्वर दे नाल तुसीं कनैक्ट कर सको, उहदी हजूरी दे विच रह सको। परमेश्वर दे नाम च तुहानूं किसी भी चीज़ की कमी ना होवे। परमेश्वर तुहानूं बरकत देवे, तुहाडे बच्चों नूं बरकत, तुहाडे आस पड़ोस, तुहाडे कलीग्स, तुहाडे फ्रेंड्स सर्कल सारिआं नूं बरकत देवे। परमेश्वर दे नाम च तुहानूं सारिआं नूं एक नवीं होप, एक नवीं दलेरी दी जिहड़ी रब ने दलेरी बख्शी है, तुहानूं तुहाडी जिंदगी नाल हमेशा ना जुड़ सके। तुहाडा सारिआं दा थैंक यू करदे हां कि तुसीं अपने सवाल पुछदे हो, जिस सवाल के जरिए तुहानूं फिर तुहाडी जिंदगी च कोई नवा सवाल है। नैवर हैजिटेट, कदे तुसीं चीज़ खाना नहीं है, तुसीं हैजिटेट नहीं होना, तुसीं अपने सवाल पुछो। तुसीं www.rayofhopechurch.org ते जाके तुसीं अपने क्वेश्चन पुट कर सकते हो, तुसीं सवाल अपने भेज सकते। फिर असीं नैक्सट वीक एक नवे सवाल दे नाल, एक नवे उत्तर दे नाल, एक नवे जागृति नाल, एक नवी दलेरी दे नाल, नवी हौसले दे नाल, नवी बरकत दे नाल प्रभु यीशु मसीह दे नाम च तुहाडे सामने रूबरू होवांगे। परमेश्वर तुहानूं सारिआं नूं बहुताई दी जिंदगी बख्शे। परमेश्वर दे नाम च सारिआं नूं जय मसीह दी।